उठ के आए आ लाठियां खा के आए ਅਸੀਂ ਬਾਦੂ ਬੈਰੀਗੇਡ ਤੋੜੇ ਸਾਡੇ ਨਾਲ ਨਿਹਾਲ ਬੱਜੀ ਠੀਕ ਹੈ ਨਾ ਅਸੀਂ ਬੈ ਬੈ ਕੇ ਚੰਡੀਗੜ੍ਹ ਡੇਢ ਸਾਨੂੰ 70 55 ਦਿਨ ਹੋ ਗਏ ਚੱਲ ਕੇ ਬੈਠਿਆਂ ਨੂੰ ਬੈਠਣਾ ਨਹੀਂ ਹੈਗਾ ਅਸੀਂ ਤਾਂ ਕਰਨਾ ਆਏ ਆ ਬਹਿ ਜਾਓ ਜਾਂ ਗੱਲ ਕਰਦੇ ਆ ਨਾ ਆ ਰਹੇ ਹਾਂ ਅਸੀਂ ਕਰਨਾ ਆਏ ਆ ਅਸੀਂ ਨਹੀਂ ਬੈਠਣਾ ਹੈਗਾ ਹਾਂਜੀ ਬਹਿ ਜਾਓ ਕੋਈ ਗੱਲ ਨਹੀਂ पर्सनल ना तय करो एक दूजे पर्सनल ਤੁਹਾਡਾ ਕੋਈ ਨਹੀਂ ਬੰਦਾ ਨਾ ਉਹਨਾਂ ਦਾ ਨਾ ਉਹਨਾਂ ਦਾ ਤੁਹਾਡੀ ਵੀ ਡਿਊਟੀ ਹੈ ਕਰੋ ਸਾਨੂੰ ਕੋਈ ਪ੍ਰੋਬਲਮ ਨਹੀਂ ਹੈ ਬਟ ਜਿਹੜੀ ਸਾਡੀ ਅਸੀਂ ਜੇਲ੍ਹਾਂ 'ਚ ਬੈਠ ਕੇ ਵੇਲੇ ਬੈਠ ਕੇ ਖਾਵਾਂਗੇ ਸਭ ਵਧੀਆ ਬੱਚੇ ਨਾਲ ਗਾਜੀ ਵਾਲੇ ਆ ਇਹਨਾਂ ਨੇ ਆਪਣੀ ਗੱਲ ਅੱਗੇ ਇਹ ਸਾਡੇ ਸਰਦਾਰ ਭਗਤ ਸਿੰਘ ਘਰ ਦੇ ਬਾਅਦ ਜੋ ਕਿ ਟੀਚਰ ਵੱਲੋਂ ਧਰਨਾ ਦਿੱਤਾ ਜਾ ਰਿਹਾ ਤੁਸੀਂ ਦੇਖ ਸਕਦੇ ਹੋ ਜਗ੍ਹਾ ਤੇ ਮੌਕੇ ਦੀ ਲਾਈਵ ਤਸਵੀਰਾਂ ਜੋ ਕਿ ਇਸ ਜਗ੍ਹਾ ਤੇ भारी पुलिस तैनात की गई है बैरिकेडिंग की गई है तुम देख सकते मौके तो लाइव तस्वीर जो कि टीचर मंग सरदार भगत सिंह आके साथ गलबात कर तुम देख सकते हो सरदार भगत सिंह गली के बाहर टीचर बैठ चुके हैं चाला चलन बैठो सारे अगे हो गए किसी ने किसी का अगे हो गए छोटे बच्चे ने लेके देखो दी टीचर बच्चे खाना पे नहीं भाई ना नेम प्लेट और तो नहीं ला ले हां जी ना ना फिर अगला स्टेप ले लेने बताएंगे आगे शामी होगी इधर बैठे बच्चे हमारे इधर बैठो मैडम तुसी भी आओ इधर किसी ने खड़े नहीं होना आ जाओ ਭਾਵੇਂ ਜਿਹੜਾ ਮਤੀ ਜੇਲਾਂ ਅੱਗੇ ਵੀ ਬਹੁਤ ਕੱਟੀਆਂ ਸੀ ਅੱਗੇ ਬਠਿੰਡੇ ਕੱਟਦੇ ਹੀ ਸਾਰੇ ਨਾਮ ਬੋਲਿਆ ਬੜਾ ਫੋਨ ਚੰਡੀਗੜ੍ਹ ਪਤਾ ਕਰ ਲਓ ਸਾਡੇ ਗੱਲਬਾਤ ਕਰ ਲਓ ਕਿ ਉੱਥੇ ਕੀ ਹਾਲਾਤ ਬਣੇ ਅੱਜ ਵੀ ਬਣ ਜਾਣੀ ਇੱਥੇ ਮੈਂ ਤੁਹਾਨੂੰ ਕਹੀ ਜਾਂਦਾ ਬਾਰ-ਬਾਰ ਤੁਸੀਂ ਦੇਖ ਲਓ ਬਾਕੀ क्योंकि एक गल करन दा वधिया रिस्पांस मिलदा वार वार सारे कहन मैडम बोलदे ने भाजी बोलदे ने बोलो ये नहीं कहंदे तानू हक है पर ये हैगा भी ਆਪਾਂ ਗਾਲਾਂ ਕੱਢੀ ਜਾਈਏ ਇੱਕ ਦੂਜੇ ਅੱਕੇ ਹੋਏ ਬੋਲਦੇ ਸਾਰੇ ਜਿਹੜਾ ਜੇ ਪਤਾ ਖਾਣਾ ਹੁੰਦਾ ਆਪੇ ਸਾਨੂੰ ਸਾਡੇ ਨਹੀਂ ਭਰਦੇ ਤੂੰ ਹਾਂ ਕੀ ਹੋਇਆ ਮੰਗਦੇ ਨਾ ਲੈ ਕੇ ਆਉਂਦੇ ਸ਼ਰਮ ਆਦੀ ਵੀ ਕੀ ਬੱਚਾ ਨੇ ਕੀ ਕੀਤਾ ਮੈਂ ਧਰਨੇ ਤੇ ਖੜੀ ਹਾਂ ਦੱਸੋ ਕੀ ਕਰਾਂ ਤਾਂ ਦੱਸੋ ਉਹ ਮੈਨੂੰ ਨੋਟਿਸ ਰਾਤ ਦਿੱਤਾ ਤਾਂ ਹੈ ਨੋਟਿਸ ਹੁਣ ਮੈਂ ਦੱਸੋ ਕੀ ਕਰਾਂ ਤੁਸੀਂ ਦੇਖ ਸਕਦੇ ਹੋ ਸਰਦਾਰ ਭਗਤ ਸਿੰਘ ਘਰ ਦੇ ਬਾਹਰ ਜੋ ਕਿ ਟੀਚਰਾਂ ਦੀ ਗਿਣਤੀ ਵਧਦੀ ਜਾਂਦੀ ਨਜ਼ਰ ਆ ਰਹੀ ਹੈ ਤੁਸੀਂ ਦੇਖ ਸਕਦੇ ਹੋ ਜਗ੍ਹਾ ਤੇ ਜੋ ਕਿ ਉਹ ਟੀਚਰ ਸਾਹਿਬਾਨ ਸਰਦਾਰ ਭਗਤ ਸਿੰਘ ਦੇ ਘਰ ਦੇ ਬਾਹਰ ਪਹੁੰਚ ਚੁੱਕੇ ਨੇ ਔਰ ਤੁਹਾਨੂੰ ਦੱਸ ਦਈਏ ਇਸ ਜਗ੍ਹਾ ਤੇ ਕਾਫੀ ਟੀਚਰ ਜੋ ਕਿ ਆਪਣੇ ਬੱਚਿਆਂ ਨੂੰ ਜੋ ਕਿ ਛੋਟੇ ਛੋਟੇ ਬੱਚੇ ਨੇ ਉਹਨਾਂ ਨੂੰ ਨਾਲ ਲੈ ਕੇ ਇਸ ਜਗ੍ਹਾ ਤੇ ਆਏ ਹੋਏ ਨੇ ਜੋ ਕਿ ਆ ਦੇਖਣਾ ਹੋਵੇਗਾ ਕਿ ਸਰਦਾਰ ਭਗਤ ਸਿੰਘ ਇਹਨਾਂ ਦੀਆਂ ਮੰਗਾਂ ਨੂੰ ਲੈ ਕੇ ਕੀ ਉਹਦਾ ਨਿਚੋੜ ਕਰਦੇ ਨੇ ਹੁਣ ਦੇਖਾਂਗੇ ਮੁੱਖ ਲਾਈਵ ਤਸਵੀਰਾਂ ਜੋ ਕਿ ਇਸ ਜਗ੍ਹਾ ਤੇ ਪੰਜਾਬ ਪੁਲਿਸ ਵੱਲੋਂ ਭਾਰੀ ਤੈਨਾਤ ਕੀਤੀ ਗਈ ਹੈ ਸੱਦਦੇ ਹੋਏ ਨਜ਼ਰ ਆ ਰਹੇ ਸੋਮਾ ਮੈਡਮ ਆ ਜਾਓ ਗੱਲ ਦੱਸੋ ਇਹ ਜਗ੍ਹਾ ਖਾਲੀ ਬੈਠੋ ਤੁਸੀਂ ਅੱਗੇ ਬੈਠੀ ਜਾ ਕੋਈ ਚੱਕਰ ਨਹੀਂ ਤੁਸੀਂ ਆਪਣੀ ਡਿਊਟੀ ਕਰੋ ਸੰਗਾ ਚੌਕਰ ਤੇ ਚਲੇ ਗਏ ਆ ਗਈ ਸੋਟ ਲਾਈਟ ਲੈਣੀ ਮੈਂ ਵੀ ਪਰ ਉਹ ਯਾਰ मैं पहला पुट्ठा करता मुड़ के दफ्तर पूरा पुट्ठा लाई हाँ जी ओके मिठा जगह पे टीचर अपने परिवार में ना लेके बच्चों ना लेके पहुँच चुके हैं जी देख सकते जगह मौके पर लाइव तस्वीरें जो कि सरदार भगत सिंह के घर के बाहर बच्चे लैके आए हुए हैं देखना होगा कि सरदार भगत सिंह ने बच्चों के मासूम चेहरे पर तरस खाते हैं या नहीं काफ़ी टाइम तो लंबे समय तो इसे प्रोटेस्ट किया जा रहा है पर शिक्षा मंत्री जो भगत सिंह जी उन्होंने किसी भी तरह की उन्होंने गल से गौर नहीं की जा रही जी ठीक है।
ਉਹ ਵਾਈਟ ਇੱਧਰ ਹੀ ਹੋਈ ਸੀ ਵਜੇ ਮੈਨੂੰ ਉੱਥੇ ਵਜੇ ਉੱਚੀ ਥਾਂ ਤੇ ਨਹੀਂ ਪਿਆ ਹੁੰਦਾ ਥੱਲੇ ਉਹ ਮੈਂ ਉੱਚੇ ਥਾਂ ਤੇ ਗਿਆ ਇੱਧਰਲੀ ਸਾਈਡ ਘੁੰਮ ਕੇ ਆ ਇੱਧਰ या इतना कर कम चल तो अपना कट दे चट चल चलो अंदर अरे नहीं मैं जल्दी मेरा मोबाइल है नहीं 18 साल हो गए 18 तो उत्ते हो गए हुन 18 ਸਾਲ ਤੁਸੀਂ ਕਿੱਥੇ ਤੋਂ ਤੇ ਕੰਮ ਕਰਦੇ ਹੋ ਕਿੰਨੀ ਤਨਖਾਹ ਹੈ ਤੁਹਾਡੀ 6000 ਰੁਪਿਆ ਮੁਰਦਾਬਾਦ ਸਿੱਖਿਆ ਮੰਤਰੀ 6000 ਚ ਗੁਜ਼ਾਰਾ ਕਰਕੇ ਮੁਰਦਾਬਾਦ 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 ਨਾਰੇ ਲਾਉਣੀ ਸਰਕਾਰ ਹਾਏ 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 ਸਿੱਖਿਆ ਮੰਤਰੀ ਹਾਏ 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 ਪ੍ਰਗਟ ਸਿੰਘ ਮੁਰਦਾਬਾਦ 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 ਨਾਰੇ ਲਾਉਣਾ ਪ੍ਰਗਟ ਸਿੰਘ ਮੁਰਦਾਬਾਦ ਮੁਰਦਾਬਾਦ ਨਹੀਂ ਕੀਤੇ ਸਾਡਾ ਪੇਪਰ ਨਹੀਂ ਹੁੰਦਾ ਜੇ ਪੇਪਰ ਨਹੀਂ ਲੈਣਾ ਤੇ ਉਹ ਨਾ ਲੈਣ ਤਾਂ ਸਾਡੀ ਸੈਲਰੀ ਉੱਕੀ ਮੁੱਕੀ 40000 ਰੁਪਏ ਲਾ 6000 ਤੇ ਸਾਡੇ ਘਰਾਂ ਦੇ ਗੁਜ਼ਾਰੇ ਨਹੀਂ ਹੁੰਦੇ ਪਏ ਹੁਣ ਮੁੱਖ ਮੰਗਾਂ ਕੀ ਨੇ ਆਪਣੀਆਂ ਇਸ ਵੇਲੇ ਸਾਡੀ ਮੁੱਖ ਮੰਗ ਇਹੀ ਹੈ ਕਿ ਜਿਹੜੀਆਂ 8393 ਪੋਸਟਾਂ ਇਹਨਾਂ ਦਾ ਸਾਨੂੰ ਪੱਕਾ ਕੀਤਾ ਜਾਵੇ ਸਾਡਾ ਪੇਪਰ 21 ਨੂੰ ਸੀਗਾ ਉਹ 21 ਨੂੰ ਲੈਂਦੇ ਉਹਨਾਂ ਪੋਸਟਾਂ 'ਚ ਵਾਧਾ ਕਰਦੇ ਸਾਡੀ ਗਿਣਤੀ 13000 ਆ ਨਾ ਕਿ 8393 ਸਾਡੀ ਗਿਣਤੀ ਸੀਗੀ ਉਹ ਵੀ ਇਹਨਾਂ ਨੇ ਵਾਧਾ ਨਹੀਂ ਕੀਤਾ ਜੇ ਕੁਝ ਨਹੀਂ ਕਰ ਸਕਦੇ ਘੱਟੋ ਘੱਟ ਸਾਡੀ ਸੈਲਰੀ 40000 ਕੀਤੀ ਜਾਵੇ ਇਹ ਜਦੋਂ ਦੇਖਦੇ ਸਟੰਟ ਖੇਡਦੇ 36000 ਮੁਲਾਜ਼ਮ ਪੱਕਾ ਕਰ ਦਿੱਤਾ ਕਿਹੜਾ 36000 ਮੁਲਾਜ਼ਮ ਪੱਕਾ ਕਰ ਦਿੱਤਾ ਰੋਜ਼ ਦੇ ਧਰਨੇ ਲੱਗਦੇ ਆ ਇੱਕ ਮੁਲਾਜ਼ਮ ਇਹਨਾਂ ਨੇ ਪੱਕਾ ਨਹੀਂ ਕੀਤਾ ਸਟੰਟ ਤੇ ਸਟੰਟ ਖੇਡੀ ਜਾਂਦੇ ਆ ਉਧਰ ਚੰਨੀ ਸਾਹਿਬ ਆ ਉਹ ਸਿਰਫ ਫੇਰੇ ਤੋਰੇ 'ਚ ਬਿਜ਼ੀ ਆ ਜਦੋਂ ਚੰਨੀ ਸਾਹਿਬ ਨੇ ਆਉਣਾ ਸੀ ਪ੍ਰਗਟ ਸਿੰਘ ਨੇ ਉਦੋਂ ਹੋਟਲ ਬੁੱਕ ਕੀਤਾ ਉਹਨਾਂ ਦੇ 5 ਮਿੰਟ ਆਉਣ ਲਈ 5-10 ਲੱਖ ਰੁਪਇਆ ਲਾਤਾ ਜਦੋਂ ਸਾਡੀ ਸੈਲਰੀ ਵਧਾਉਣ ਦਾ ਕੰਮ ਕਹੀਦਾ ਇਹਨਾਂ ਨੂੰ ਤੇ ਇਹਨਾਂ ਦੇ ਖਜ਼ਾਨੇ ਖਾਲੀ ਹੋ ਜਾਂਦੇ ਆ ਐਵੇਂ ਇਹਨਾਂ ਦੇ ਖਜ਼ਾਨੇ ਭਰੇ ਰਹਿੰਦੇ ਆ ਜਦੋਂ ਚਰਨਜੀਤ ਸਿੰਘ ਚੰਨੀ ਜਲੰਧਰ ਦੇ ਦੌਰੇ ਦੇ ਵਿੱਚ ਆਏ ਸੀ ਕਿ ਪਹਿਲਾਂ ਤੁਹਾਡੇ ਨਾਲ ਕੋਈ ਮੁਲਾਕਾਤ ਨਹੀਂ ਕੀਤੀ ਉਹਨਾਂ ਨੇ ਤੇ ਉਸ ਤੋਂ ਬਾਅਦ ਵਿੱਚ ਆਖਿਰ ਦੇ ਵਿੱਚ ਜਿਹੜੀ ਕੋਈ ਮੁਲਾਕਾਤ ਹੋਈ ਸੀਗੀ ਉਹਦੇ ਵਿੱਚ ਕੀ ਕਹਿੰਦੇ ਸੀਗੇ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਤੁਹਾਡੀਆਂ ਮੰਗਾਂ ਅਸੀਂ ਪੂਰੀਆਂ ਕਰਾਂਗੇ ਤੇ ਅਜੇ ਤੱਕ ਉਹਨਾਂ ਦੀਆਂ ਮੰਗਾਂ ਪੂਰੀਆਂ ਨਹੀਂ ਹੋਈਆਂ ਪਹਿਲਾਂ ਕੈਪਟਨ ਸਾਹਿਬ ਕਹਿੰਦੇ ਰਹੇ ਅਸੀਂ ਮੰਗਾਂ ਪੂਰੀਆਂ ਕਰਾਂਗੇ ਜਦੋਂ ਜਾਣ ਦਾ ਵੇਲਾ ਆਇਆ ਤੇ ਉਸ ਕੈਬਨਿਟ ਮੀਟਿੰਗ 'ਚ ਸਾਡਾ ਮਤਾ ਪਾਇਆ ਹੁਣ ਚੰਨੀ ਸਾਹਿਬ ਜਿਹੜੇ ਆ ਤੇ ਪ੍ਰਗਟ ਸਿੰਘ ਜੀ ਕਹਿ ਰਹੇ ਆ ਜਿਹੜਾ ਇਹਨਾਂ ਕੋਲ ਜਾਂਦਾ ਸੀ ਮੰਗਾਂ ਪੂਰੀਆਂ ਕਰਾਂਗੇ ਉਹ ਮੰਗਾਂ ਪੂਰੀਆਂ ਕੀਤੀਆਂ ਕਦੋਂ ਤੁਸੀਂ ਜੇ ਤੁਹਾਡੇ ਕੋਲ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤੇ ਕੁਰਸੀ ਛੱਡ ਦਿਓ ਇੱਕ ਮਨੀਸ਼ ਫਾਜ਼ਿਲਕਾ ਜੀ ਦੀ ਟੰਕੀ ਦੇ ਉੱਤੇ ਚੜੇ ਹੋਏ ਸੀ ਹਾਲਾਤ ਉਹਨਾਂ ਦੀ ਕਾਫੀ ਖਰਾਬ ਹੋ ਗਈ ਸੀਗੀ ਕਹਿੰਦੇ ਅਸੀਂ ਨਾ ਇਲਾਜ ਨਹੀਂ ਕਰਾਉਣਾ ਇੱਥੇ ਕਰਨਾ ਤਾਂ ਕਰ ਦਿਓ ਖੁਦਾ ਨਾ ਖਾਸਾ ਕਰ ਉਹਨਾਂ ਨੂੰ ਕੁਝ ਹੋ ਜਾਂਦਾ ਕਿਉਂਕਿ ਹੁਣ ਤੁਹਾਡੇ ਧਰਨੇ ਦੇ ਵਿੱਚ ਬੱਚੀਆਂ ਵੀ ਸ਼ਾਮਲ ਨੇ ਛੋਟੇ ਛੋਟੇ ਬੱਚੇ ਮਾਵਾਂ ਲੈ ਕੇ ਆਈਆਂ ਨੇ ਖੁਦਾ ਨਾ ਖਾਸਤਾ ਕੁਝ ਹੋ ਜਾਂਦਾ ਹੈ ਇਹਨਾਂ ਦਾ ਜ਼ਿੰਮੇਵਾਰ ਕਿਹਨੂੰ ਸਮਝਦੇ ਇਹਨਾਂ ਦਾ ਜ਼ਿੰਮੇਵਾਰ ਸਰਕਾਰਾਂ ਨੂੰ ਸਮਝਦੇ ਕਿਉਂਕਿ ਪਹਿਲਾਂ ਵੀ ਸਾਡੀ ਜਥੇਬੰਦੀ 'ਚ 3 ਸ਼ਹੀਦੀਆਂ ਹੋ ਚੁੱਕੀਆਂ ਨਹਿਰਾਂ 'ਚ ਛਾਲਾਂ ਮਾਰ ਚੁੱਕੇ ਆ ਪਰ ਸਰਕਾਰ ਟੱਸ ਤੋਂ ਮਸ ਨਹੀਂ ਹੁੰਦੀ ਹਰ ਵਾਰੀ ਲਾਰਾ ਲਾ ਦਿੰਦੀ ਹੈ ਕਿ ਤੁਹਾਨੂੰ ਪੱਕੇ ਕਰਾਂਗੇ 18 ਸਾਲ ਦੇ ਹੁਣ ਤੱਕ ਅਜੇ ਪੱਕੇ ਨਹੀਂ ਕੀਤਾ ਇਹਨਾਂ ਨੇ ਇਹ ਸਰਕਾਰ ਹੁਣ ਵੀ ਨਹੀਂ ਪੱਕੇ ਕਰਦੀ ਸਾਡੀ ਗੱਲ ਨਹੀਂ ਸੁਣਦੀ ਤੇ ਅਸੀਂ ਅੰਦਰ ਵੜ ਕੇ ਬੈਠੇ ਕਿੰਨਾ ਕੁ ਸਮਾਂ ਇੱਥੇ ਬੈਠਣਾ ਤੁਸੀਂ ਅਣਮਿੱਥੇ ਸਮੇਂ ਲਈ ਬੈਠੇ ਆ ਇਹ ਨਹੀਂ ਕੋਈ ਕਿ ਅਸੀਂ ਘੰਟੇ 2 ਘੰਟੇ ਲਈ ਬੈਠੇ ਆ ਸਾਡੀ ਮੰਗ ਪੂਰੀ ਹੋਊਗੀ ਤੇ ਅਸੀਂ ਜਾਵਾਂਗੇ ਸਾਨੂੰ ਨਾ ਕੋਈ ਮੀਟਿੰਗ ਚਾਹੀਦੀ ਆ ਨਾ ਅਸੀਂ ਕੋਈ ਮੰਗ ਪੱਤਰ ਦੇਣਾ ਮੰਗ ਪੱਤਰ 18 ਸਾਲਾਂ ਦੇ ਦਿੱਤੇ ਆ ਉਹ ਇਹਨਾਂ ਕੋ ਕਿੱਥੇ ਚਲ ਗਏ ਇਹ ਮੰਗ ਪੱਤਰ ਫੜਦੇ ਆ ਡਸਟਬਿਨ 'ਚ ਪਾ ਦਿੰਦੇ ਆ ਲਾਰਾ ਦੇ ਕੇ ਘਰਾਂ ਨੂੰ ਤੋੜ ਦਿੰਦੇ ਆ ਇਹ ਸਟੰਟ ਜਿਹੜੇ ਹੁਣ ਪੁਰਾਣੇ ਹੋ ਗਏ ਅਸੀਂ ਇੱਥੇ ਬੈਠੇ ਆ ਔਨ ਦੀ ਸਪੋਟ ਕੰਮ ਹੋਏਗਾ ਤੇ ਜਾਵਾਂਗੇ ਅਦਰਵਾਈਜ਼ ਨਹੀਂ ਜਾਵਾਂਗੇ ਇਸ ਜਗ੍ਹਾ ਤਾਂ ਪੁਲਿਸ ਦਾ ਵਰਤਾਵ ਕਿੱਦਾਂ ਕੀਤਾ ਗਿਆ ਪੁਲਿਸ ਦਾ ਵਰਤਾਵ ਕਿਵੇਂ ਦੇਖਦੇ ਸਾਰੇ ਚੀਜ਼ਾਂ ਬਹੁਤ ਮਾੜਾ ਵਰਤਾਰਾ ਸੀਗਾ ਇਹਨਾਂ ਨੇ ਹੱਥੋਂ ਪਾਈ ਵੀ ਕੀਤੀ ਸਾਡੇ ਨਾਲ ਜਦ ਕਿ ਇੱਕ ਅਧਿਆਪਕ ਜਿਹੜਾ ਸਿਰਜਣਹਾਰ ਆਇਆ ਇਹ ਵੀ ਅਧਿਆਪਕਾਂ ਕੋ ਪੜ੍ਹ ਕੇ ਗਏ ਆ ਪਰ ਫਿਰ ਵੀ ਸਾਡੇ ਤੇ ਇਹਨਾਂ ਨੇ ਧੱਕੇਸ਼ਾਹੀ ਕੀਤੀ ਅਗਲੀ ਕਾਰਵਾਈ ਕੀ ਦੇਖਦੇ ਹੋ ਜਦੋਂ ਲਾਠੀ ਚਾਰਜ ਪਹਿਲਾਂ ਬੀਤੇ ਦਿਨ ਹੀ ਹੋਇਆ ਸੀਗਾ ਉਹਨੂੰ ਕਿਵੇਂ ਦੇਖਦੇ ਸਾਰੇ ਚੀਜ਼ਾਂ ਸਾਰੀਆਂ ਚੀਜ਼ਾਂ ਜੀ ਪ੍ਰਸ਼ਾਸਨ ਵੀ ਮਾੜਾ ਤੇ ਸਰਕਾਰਾਂ ਵੀ ਮਾੜੀਆਂ
ਅਗਲਾ ਕਦਮ ਕੀ ਹੈ ਮੈਡਮ? ਅਗਲਾ ਕਦਮ ਸਾਡਾ ਇਹ ਆ ਕਿ ਜੇ ਸਾਡਾ ਹੁਣੇ ਲੈਟਰ ਕੱਢ ਕੇ ਹੱਲ ਨਹੀਂ ਕਰਦੇ ਤੇ ਅਸੀਂ ਅੰਦਰ ਜਾ ਕੇ ਬੈਠਾਂਗੇ। ਅਸੀਂ ਕਿਉਂ ਧੁੱਪ 'ਚ ਸੜੀਏ? ਫਿਰ ਅਸੀਂ ਵੀ ਅਧਿਆਪਕ, ਅਸੀਂ ਕ੍ਰਿਮੀਨਲ ਤਾਂ ਹੈ ਨਹੀਂ। ਤੁਸੀਂ ਦੇਖ ਸਕਦੇ ਹੋ ਗੱਲਬਾਤ ਕੀਤੀ ਉਹਨਾਂ ਦਾ ਕੀ ਮੰਗਾਂ ਹੈ ਕਿ ਇਸ ਜਗ੍ਹਾ ਤੋਂ ਮੌਕੇ ਤੇ ਲੈ ਕੇ ਸੇਵਾ ਔਰ ਛੱਡ ਕੇ ਭੱਜਿਆ ਮਹਿਕਮਾ। ਇਹ ਇਦਾਂ ਦਾ ਡਿਪਾਰਟਮੈਂਟ ਆ ਜਿਹੜਾ ਇਹਦੇ ਜਾ ਜੇ ਉਹ ਕਦੀ ਜਿੱਤਦਾ ਨਹੀਂ। ਇਹ ਇਤਿਹਾਸ ਹੈ ਅਧਿਆਪਕਾਂ ਦਾ। ਟੀਚਰ ਇਜ਼ ਦਾ ਨੇਸ਼ਨ ਬਿਲਕੁਲ ਐਵੇਂ ਨਹੀਂ ਕਿਹਾ ਕਿਸੇ ਨੇ। ਇਹ ਅਧਿਆਪਕ ਹੈ ਤਾਂ ਹੀ ਇੱਥੇ ਮੀਡੀਆ, ਤਾਂ ਹੀ ਇੱਥੇ ਪੁਲਿਸ ਆ, ਤਾਂ ਹੀ ਇੱਥੇ IAS ਆ, ਔਰ ਤਾਂ ਹੀ ਇਹ ਪ੍ਰਗਟ ਸਿੰਘ ਕਿਸੇ ਅਧਿਆਪਕ ਦਾ ਪੜਿਆ ਹੋਇਆ ਮਿਨਿਸਟਰ ਲੱਗਿਆ। ਪਰ ਸ਼ਰਮ ਆਉਣੀ ਚਾਹੀਦੀ ਆ ਕਿ ਜਿਹੜੇ ਇੰਨੇ ਵਿਕਸਿਤ ਦੇਸ਼ ਆ, ਕਿੱਡੇ ਵਧੀਆ ਕੰਟਰੀਜ਼ ਨੇ ਬਾਹਰ ਦੇ, ਉੱਥੇ ਇੰਨੀ ਰਿਸਪੈਕਟ ਦਿੱਤੀ ਜਾਂਦੀ ਹੈ ਅਧਿਆਪਕ ਨੂੰ। ਔਰ ਮੰਦਭਾਗੀ ਗੱਲ ਆ, ਮਾੜੀ ਗੱਲ ਆ ਕਿ ਸਾਡੇ ਪੰਜਾਬ ਦੇ ਵਿੱਚ ਜੋ ਹਾਲਾਤ ਬਣੇ ਆ ਅਧਿਆਪਕਾਂ ਦੇ, ਉਹ ਸਾਰਿਆਂ ਦੇ ਸਾਹਮਣੇ ਆ। ਪਿਛਲੇ ਦਿਨ ਸੁਣਿਆ ਹੋਵੇਗਾ ਕਿ ਆਪਣਾ ਪੰਜਾਬ ਜਿਹੜਾ ਐਜੂਕੇਸ਼ਨ ਦੇ ਵਿੱਚ ਪਹਿਲੇ ਨੰਬਰ ਤੇ ਆ। ਐਡਾ ਵੱਡਾ ਝੂਠ ਦਾ ਪਲੰਦਾ ਜਿਹੜਾ ਆਲ ਓਵਰ ਇੰਡੀਆ ਦੇ ਵਿੱਚ ਸੁੱਟਿਆ ਇਹਨਾਂ ਨੇ। ਔਰ ਮੋਦੀ ਨੇ ਇੱਕ ਗੇਮ ਖੇਡੀ, ਇਹਨਾਂ ਦੇ ਪੱਲੇ 'ਚ ਸੁੱਟੀ ਵੀ ਲਿਆ ਦਿਓ ਇਹਨਾਂ ਦਾ ਪੰਜਾਬ ਪਹਿਲੇ ਨੰਬਰ ਤੇ। ਆਪੇ ਛਿੱਤਰ ਖਾਣਗੇ ਲੋਕਾਂ ਕੋਲੋਂ ਕਿ ਆ ਕਿਵੇਂ ਗਿਆ। ਹੁਣ ਤੁਸੀਂ ਦੇਖੋ, ਉਹ ਖਾਣ ਲਈ ਮਿੱਡੇ ਮੀਲ ਪੈਸੇ ਹੈ ਨਹੀਂ, ਪਾਉਣ ਲਈ ਵਰਦੀਆਂ ਨਹੀਂ ਆਈਆਂ, ਬੈਠਣ ਲਈ ਕਮਰੇ ਹੈ ਨਹੀਂ, ਡੈਕਸ ਹੈ ਨਹੀਂ, ਕਿਤਾਬਾਂ ਟਾਈਮ ਨਾਲ ਨਹੀਂ ਆਉਂਦੀਆਂ। ਤਾਂ ਪੰਜਾਬ ਜਿਹੜਾ ਉਹ ਐਜੂਕੇਸ਼ਨ ਪਹਿਲੇ ਨੰਬਰ ਤੇ ਕਿਵੇਂ ਆ ਗਿਆ? ਸੋ ਝੂਠ ਦੇ ਵਿੱਚੋਂ ਐਡੇ ਐਡੇ ਗੱਪ ਮਾਰ ਮਾਰ ਕੇ ਲੋਕਾਂ ਨੂੰ ਪਾਗਲ ਬਣਾ ਕੇ ਇਹਨਾਂ ਨੇ ਬੜੇ ਐਡਵਰਟਾਈਜ਼ਮੈਂਟ ਕਰਕੇ ਪੰਜਾਬ ਨੂੰ ਪਹਿਲੇ ਨੰਬਰ ਤੇ ਲਿਆਤਾ। 100 ਦੇ ਵਿੱਚੋਂ 100 ਬੱਚੇ ਹੀ ਪਹਿਲੇ ਨੰਬਰ ਤੇ। ਕਦੇ ਅੱਜ ਤੱਕ ਇਤਿਹਾਸ 'ਚ ਨਹੀਂ ਹੋਇਆ ਕਿ 100 ਦੇ ਵਿੱਚੋਂ 100 ਹੀ ਸਾਰੇ ਹੁਸ਼ਿਆਰ ਹੋਣ। ਤੇ ਜੇ ਇਦਾਂ ਹੁੰਦਾ ਤਾਂ ਪੰਜਾਬ ਪੁਲਿਸ ਦੇ ਵਿੱਚ ਜਾਂ ਚੋਣਵੇਂ ਬੰਦੇ ਨਾ ਆਉਂਦੇ, ਫਿਰ ਤਾਂ 100 ਜਿਹੜਾ ਭਰਤੀ ਵੇਖਣ ਗਿਆ 100 ਦਾ 100 ਇੱਥੇ ਖੜਾ ਹੁੰਦਾ। ਸੋ ਕਿਤੇ ਨਾ ਕਿਤੇ ਇਹਨਾਂ ਨੇ ਇਹੋ ਜਿਹਾ ਗੰਦ ਪਾਇਆ, ਐਜੂਕੇਸ਼ਨ ਦਾ ਇਹੋ ਜਿਹਾ ਭੱਠਾ ਬਿਠਾਇਆ ਕਿ ਆਹ ਦਿਨ ਦਿਖਾਤੇ ਆਪਾਂ ਨੂੰ। ਇੱਕ ਸਿਹਤ ਤੇ ਸਿੱਖਿਆ ਜੋ ਆਪਣੀਆਂ ਮੁੱਢਲੀਆਂ ਸਹੂਲਤਾਂ ਨੇ ਆਪਣੀਆਂ, ਉਹ ਵੀ ਅੱਜ ਤੱਕ 70-80 ਸਾਲ ਹੋ ਗਏ, ਉਹ ਵੀ ਪੂਰੀਆਂ ਨਹੀਂ ਹੋਈਆਂ। ਸਭ ਤੋਂ ਵੱਧ ਮਾਰ ਜਿਹੜੀ ਪੈ ਰਹੀ ਆ ਉਹ ਆਪਾਂ ਨੂੰ ਪੈ ਰਹੀ ਆ। ਦੇਖੋ 6000 ਤਨਖਾਹ ਦੇ ਵਿੱਚ ਆਪਾਂ ਨੂੰ 15 ਸਾਲ ਹੋ ਗਏ ਆ। 1000 ਤੇ ਲੱਗੇ ਸੀ, 15 ਸਾਲ ਬਾਅਦ 6000 ਤੇ ਪਹੁੰਚੇ ਆ। ਔਰ ਸਾਡੇ ਕੋਲ ਪੜ੍ਹੇ ਹੋਏ ਬੱਚੇ ਅੱਜ ਪੰਜਾਬ ਪੁਲਿਸ 'ਚ ਵੀ ਭਰਤੀ ਹੋ ਗਏ ਔਰ ਆਰਮੀ 'ਚ ਭਰਤੀ ਹੋ ਗਏ ਔਰ ਕੋਈ ਤਾਂ ਆਈਲੈਟਸ ਕਰਕੇ ਕੈਨੇਡਾ ਅਮਰੀਕਾ ਵੀ ਬੈਠੇ ਹੋਏ ਆ। ਔਰ ਉਹ ਫੋਨ ਕਰਦੇ ਸਰ ਸਤਿ ਸ਼੍ਰੀ ਅਕਾਲ ਜੀ, ਤੁਹਾਡਾ ਕੁਝ ਬਣਿਆ ਕਿ ਨਹੀਂ? ਜਦੋਂ ਆਹ ਗੱਲਾਂ ਦੇਖਣ ਨੂੰ ਮਿਲਦੀਆਂ ਨੇ ਤਾਂ ਬੜੀ ਸ਼ਰਮ ਆਉਂਦੀ ਆ ਕਿ ਅਸੀਂ ਕੀ ਜਵਾਬ ਦਈਏ ਕਿ ਸਾਡੇ ਤੋਂ ਪੜ੍ਹ ਕੇ ਵਧੀਆ ਐਜੂਕੇਸ਼ਨ ਲੈ ਕੇ ਉਹ ਬਾਹਰ ਬੈਠੇ ਹੋਏ ਆ। ਇਹ ਸਾਰੇ ਟੀਚਰ ਐਵੇਂ ਨਹੀਂ ਹੈਗੇ, ਇਹ ਸਾਰੇ ETT ਨੇ, B.Ed ਨੇ, M.Ed ਨੇ, M.Phil ਨੇ, ਸਾਰੇ ਟੈਟ ਕਲੀਅਰ ਨੇ। ਇੱਕ ਆ ਪਿੱਛੇ ਸੜੀ ਜੀ NTT ਦਾ ਕੋਰਸ ਸੀ ਉਹ ਵੀ ਕਲੀਅਰ ਆ। ਟੈਸਟ ਵੀ ਦੇਣ ਜਾ ਰਹੇ ਆ। ਸਰਕਾਰ ਟੈਸਟਾਂ ਤੋਂ ਭੱਜਦੀ ਹੈ ਵੀ ਟੈਸਟ ਲੈ ਨਾ ਲਈਏ ਨਾ ਇਹਨਾਂ ਦਾ। ਜੇ ਟੈਸਟ ਲੈ ਲਿਆ ਮੈਰਿਟ ਬਣਾਉਣੀ ਪਏਗੀ, ਆਰਡਰ ਦੇਣੇ ਪੈਣਗੇ, ਅਸੀਂ ਦਈਏ ਕਿਵੇਂ? ਕਿਉਂਕਿ ਆਪਣੇ ਖਜ਼ਾਨੇ ਲਈ ਇਹਨਾਂ ਕੋਲ ਪੈਸਾ ਬਹੁਤ ਆ। ਆ ਪੀਪਾ ਮੰਤਰੀ ਜਿਹੜਾ ਖਾਲੀ 24 ਘੰਟੇ ਪੀਪਾ ਖਾਲੀ ਰੱਖਦਾ ਸੀ, ਉਹਦੀ ਵੀ ਥੋੜੀ ਬੋਲਤੀ ਬੰਦ ਕੀਤੀ ਚੰਨੀ ਨੇ ਕਿ ਇਦਾਂ ਨਾ ਕਿਹਾ ਕਰ ਖਾਲੀ ਆ। ਉਹ ਕੈਪਟਨ ਕਹਿੰਦਾ ਹੁੰਦਾ ਸੀ ਤੂੰ ਨਾ ਕਿਹਾ ਕਰ, ਹੁਣ ਤੂੰ ਸਾਡੇ ਨਾਲ ਆ। ਇਹ ਤਾਂ ਖਾਲੀ ਆ ਪਰ ਲੋਕਾਂ ਲਈ ਆ, ਪੈਸੇ ਭਰਿਆ ਹੀ ਆਪਣੇ ਵਾਸਤੇ, ਇਹ ਕਦੇ ਨਹੀਂ ਖਾਲੀ ਹੁੰਦਾ। ਸੋ ਆਪਣੇ ਕੋਲੋਂ ਠੱਗੀਆਂ ਮਾਰ ਕੇ ਆਪਾਂ ਟੈਕਸ ਪੇ ਕਰਦੇ ਆ। ਟੈਕਸ ਪੇ ਦਾ ਮਤਲਬ ਆਮ ਜਨਤਾ ਨੂੰ ਸਹੂਲਤਾਂ। ਸਹੂਲਤ ਕਿਹੜੀ ਉਹ ਤੁਹਾਡੇ ਸਾਹਮਣੇ ਹੀ ਆ। ਸਾਰੇ ਵਰਗ ਰੋ ਰਹੇ ਆ, ਮੁਲਾਜ਼ਮ ਰੋ ਰਿਹਾ, ਦੁਕਾਨਦਾਰ ਰੋ ਰਿਹਾ, ਹਰ ਤਰ੍ਹਾਂ ਦਾ ਵਰਗ ਜਿਹੜਾ ਦਿਹਾੜੀਦਾਰ ਰੋ ਰਿਹਾ। ਇੱਕ ਬਿੱਲ ਪਾਸ ਕਰੀ ਜਾਂਦੇ ਆ ਬੜੇ ਵਧੀਆ, ਚੌਥੇ ਦਿਨ ਇਜਲਾਸ ਬੁਲਾ ਕੇ ਉਹਦੇ 'ਚ ਸੋਹਣੇ ਬਿੱਲ ਪਾਸ ਕਰਦੇ ਆ ਵੀ ਆ ਵੀ ਅਸੀਂ ਕਰਤਾ ਜੀ। ਅੱਜ ਮੈਂ ਰਸਤੇ 'ਚ ਆ ਰਿਹਾ ਸੀ, ਕਪੂਰਥਲੇ ਬੋਰਡ ਬੜੇ ਵਧੀਆ ਲੱਗੇ ਹੋਏ ਆ, 35000 ਕੱਚੇ ਮੁਲਾਜ਼ਮ ਪੱਕੇ। ਅਜੇ ਤੱਕ ਲਿਸਟ ਕਿਸੇ ਕੋ ਨਹੀਂ ਹੈਗੀ ਕਿ ਕਿਹੜੇ ਉਹ ਲਾਹੌਰ 'ਚ ਹੋਏ ਆ, ਕਿਤੇ ਸਵਿਟਜ਼ਰਲੈਂਡ 'ਚ ਕੀਤੇ ਇਹਨਾਂ ਨੇ, ਜਾਂ ਭੂਟਾਨ 'ਚ ਕੀਤੇ ਆ, ਜਾਂ ਕਿਤੇ ਚਾਈਨਾ 'ਚ ਕਰਤੇ ਹੋਣਗੇ। ਪੰਜਾਬ 'ਚ ਤਾਂ ਅਜੇ ਇੱਕ ਵੀ ਨਹੀਂ ਹੋਇਆ। ਉਹ ਬੋਰਡ ਬੜੇ ਵੱਡੇ ਲਾਏ ਹੋਏ ਆ। ਜੇ ਉਹੀ ਤੁਹਾਡਾ ਕਰੋੜਾਂ ਦਾ ਖਰਚਾ ਜਿਹੜਾ ਬੋਰਡ ਤੇ ਲਾਇਆ ਤੁਸੀਂ ਇਹਨਾਂ ਅਧਿਆਪਕਾਂ ਤੇ ਲਾਇਆ ਹੁੰਦਾ, ਇਹਨਾਂ ਦੀਆਂ ਤਨਖਾਹਾਂ ਹੀ ਉਹਦੀਆਂ ਬਣਾਈਆਂ ਤਾਂ ਵਧੀਆ ਇਹਨਾਂ ਕੋ ਬੱਚੇ ਪੜ੍ਹ ਕੇ ਜਿਹੜੇ ਅੱਗੇ ਵਧੀਆ ਔਰ ਐਜੂਕੇਸ਼ਨ ਡਿਪਾਰਟਮੈਂਟ ਉੱਪਰ ਲੈ ਕੇ ਜਾ ਰਹੇ ਆ। ਇਹ ਵੀ ਮੈਂਟਲੀ ਜਿਹੜੇ ਹਰਾਸ ਹੋਏ ਫਿਰਦੇ ਆ। ਇਹ ਘਰਾਂ ਦੇ ਵਿੱਚ ਕਮ ਸੇ ਕਮ ਇਹਨਾਂ ਨੂੰ ਸੈਟੀਸਫੈਕਸ਼ਨ ਤਾਂ ਹੁੰਦੀ
ਕਿ ਮੈਨੂੰ 20-25-30 ਹਜ਼ਾਰ ਰੁਪਏ ਮਿਲਦਾ, ਜਿਹਦੇ ਨਾਲ ਮੈਂ ਆਪਣੇ ਵਧੀਆ ਬੱਚੇ ਪੜ੍ਹਾ ਸਕਦਾ, ਆਪਣੇ ਮਾਂ-ਪਿਓ ਨੂੰ ਵਧੀਆ ਦਵਾਈ ਕਿਸੇ ਵਧੀਆ ਹਸਪੀਟਲ ਤੋਂ ਦਵਾ ਸਕਦਾ, ਔਰ ਜਿਹੜੀਆਂ ਹੋਰ ਘਰ ਦੀਆਂ ਜਿਹੜੀਆਂ ਲੋੜਾਂ ਨੇ ਮੈਂ ਇਸ 30,000 ਨਾਲ ਪੂਰੀਆਂ ਕਰ ਸਕਦਾ। ਪਰ ਮਾੜੀ ਗੱਲ ਇਹ ਆ ਕਿ ਇਹ ਸਭ ਚਾਹੁੰਦੇ ਹੀ ਨਹੀਂ। ਜੇ ਗਰੀਬ ਦਾ ਬੱਚਾ ਪੜ੍ਹ ਗਿਆ ਤਾਂ ਉਹ ਕੁਰਸੀ ਦੀ ਮੰਗ ਕਰੂਗਾ, ਉਹ ਅੱਗੇ ਹੋ ਕੇ ਲੜੂਗਾ ਕਿ ਮੈਨੂੰ ਇਸ ਚੀਜ਼ ਦੀ ਲੋੜ ਆ, ਮੈਨੂੰ ਇਸ ਪੋਸਟ ਦੀ ਲੋੜ ਆ। ਤਾਂ ਕਰਕੇ ਇਹ ਜਿਹੜੇ ਪੋਲੀਟੀਕਲ ਬੰਦੇ ਨੇ, ਚਾਹੇ ਉਹ ਕੋਈ ਵੀ ਸਰਕਾਰ ਆ ਜਾਏ, ਕਿਸੇ ਦੀ ਵੀ ਆ ਜਾਏ, ਇਹਨਾਂ ਦਾ ਕੰਮ ਆ ਦਬਾਉਣਾ, ਮਾਰਨਾ, ਕੁਚਲਣਾ, ਕੁੱਟਣਾ, ਔਰ ਕਿਸੇ 'ਚ ਕੋਈ ਫਰਕ ਨਹੀਂ ਹੈਗਾ। ਪ੍ਰਗਟ ਸਿੰਘ ਪੜ੍ਹਿਆ ਲਿਖਿਆ, ਮੈਂ ਫਿਰ ਕਹਿਣਾ ਕਿ ਪੜ੍ਹਿਆ ਲਿਖਿਆ ਸੂਝਵਾਨ, ਬਾਹਰ ਅੰਦਰ ਘੁੰਮੇ ਹੋਏ ਆਪਾਂ ਕਹਿ ਸਕਦੇ ਹਾਂ ਮਿਨਿਸਟਰ ਆ, ਔਰ ਇਹਨਾਂ ਨੂੰ ਪਤਾ ਕਿ ਇੱਕ ਟੀਚਰ ਦੀ ਅਹਿਮੀਅਤ ਕੀ ਆ। ਇੱਕ ਸਕੂਲ 'ਚ ਖੇਡਿਆ, ਮੋਟੀਵੇਟ ਕੀਤਾ ਹੋਗਾ ਅਧਿਆਪਕ ਨੇ, ਫਿਰ ਅੱਗੇ ਗਿਆ ਹਾਕੀ ਦੇ ਵਿੱਚ, ਫਿਰ ਕੋਚ ਆ ਜਿਹੜੇ ਉਹ ਵੀ ਅਧਿਆਪਕ ਵਰਗੀ ਆ, ਫਿਰ ਇਹ ਬਾਹਰ ਜਾ ਕੇ ਖੇਡਦੇ ਰਹੇ। ਹਾਕੀ ਦਾ ਮਾਣ ਸਨਮਾਨ ਇਹਨਾਂ ਨੇ ਵਧਾਇਆ, ਸਾਨੂੰ ਮਾਣ ਹੈ ਇਹਨਾਂ ਤੇ, ਔਰ ਹੁਣ ਵੀ ਮਾਣ ਸੀ ਕਿ ਇੱਕ ਵਧੀਆ ਪੜ੍ਹੇ ਲਿਖੇ ਬੰਦੇ ਨੂੰ, ਹੰਡੇ ਵਰਤੇ ਬੰਦੇ ਨੂੰ ਇਹ ਮਹਿਕਮਾ ਦਿੱਤਾ। ਹੁਣ ਇਹ ਕਮ ਸੇ ਕਮ ਅਧਿਆਪਕਾਂ ਦੀ ਜ਼ਰੂਰ ਸੁਣੂਗਾ, ਪਰ ਅਜੇ ਟੱਸ ਤੋਂ ਮਸ ਨਹੀਂ ਹੋਏ। ਗੱਲਾਂ ਉਹੀ ਨੇ, ਅੱਜ ਕਰਾਂਗੇ, ਕੱਲ ਕਰਾਂਗੇ, ਕਰ ਰਹੇ ਆ ਤਾਂ ਇੱਥੇ ਵੀ ਰੱਖਿਆ। ਜੇ ਚੰਡੀਗੜ੍ਹ ਕਹੂਗਾ ਤਾਂ ਇੱਥੇ ਘਰੇ ਬੈਠੇ ਆ, ਜੇ ਘਰੇ ਕਹੂਗਾ ਤਾਂ ਉੱਥੇ ਚੰਡੀਗੜ੍ਹ ਆਪਣੇ ਬੰਦੇ ਬੈਠੇ ਹੋਏ ਆ, ਉਧਰਲੇ ਜ਼ਿਲ੍ਹੇ ਉਧਰ ਆ। ਅੱਜ ਡੇ ਹੈਗਾ ਮੰਗਲਵਾਰ ਕੇ ਬੁੱਧਵਾਰ ਆ, ਵੀਰਵਾਰ ਦਾ ਹਾਫ ਡੇ ਆਪਾਂ ਨਹੀਂ ਜਾਣਾ, ਸ਼ੁੱਕਰਵਾਰ ਦੀ ਛੁੱਟੀ ਆ। ਕੁੱਲ ਮਿਲਾ ਕੇ 4-5 ਛੁੱਟੀਆਂ ਆਪਣੇ ਕੋਲ ਹੈਗੀਆਂ। ਮੈਂ CID ਨੂੰ ਇਨਫੋਰਮ ਕਰ ਦੇਣਾ ਚਾਹੁੰਦਾ ਕਿ ਅਸੀਂ ਜਿਹੜਾ 4-5 ਦਿਨ ਵਿਹਲੇ ਹੀ ਆ, ਕੋਈ ਕੰਮ ਨਹੀਂ। ਵੈਸੇ ਅਸੀਂ ਐਤਵਾਰ ਦਾ ਪੇਪਰ ਦੇਣਾ ਸੀ, ਸਾਡੀਆਂ ਫੁੱਲ ਤਿਆਰੀਆਂ ਸੀ, ਪਰ ਇਹਨਾਂ ਫਿਰ ਬੇੜਾ ਕਰਕੇ ਕਰਤਾ, ਦੁਬਾਰਾ ਪੋਰਟਲ ਖੋਲਤਾ, ਤਰੀਕ 28 ਤੇ ਲੈ ਗਿਆ। ਮੰਨ ਲਓ 28 ਨੂੰ ਪੇਪਰ ਆ ਤਾਂ ਦਸੰਬਰ ਦੇ ਪਹਿਲੇ ਹਫਤੇ ਚੋਣ ਜਾਬਤਾ ਲੱਗ ਗਿਆ, ਤਾਂ ਇਹਦਾ ਜ਼ਿੰਮੇਵਾਰ ਕੌਣ ਆ? ਅਸੀਂ ਇਹ ਗੱਲਾਂ ਕਰ ਲਈ, ਇਹ ਜਵਾਬ ਲੈਣ ਲਈ ਅਸੀਂ ਇੱਥੇ ਆਏ ਹੋਏ ਆ ਕਿ ਕਿੰਨੂੰ ਪੁੱਛ ਕੇ ਜਿਹੜਾ ਪੇਪਰ ਆ 8 ਦਿਨ ਅੱਗੇ ਤੁਸੀਂ ਲੈ ਗਏ ਆ। ਸਾਡੇ 'ਚ ਕੋਈ ਕਮੀ ਹੈ ਤੇ ਦੱਸੋ, ਸਾਡੀ ਕੁਆਲੀਫਿਕੇਸ਼ਨ 'ਚ ਕੋਈ ਕਮੀ ਹੈ ਤੇ ਦੱਸੋ। ਕਮੀ ਮੈਨੂੰ ਲੱਗਦਾ ਰਹਿ ਗਈ ਸੰਘਰਸ਼ ਦੀ, ਕਿ ਉਹਨਾਂ ਤੇ ਵਿਸ਼ਵਾਸ ਕਰ ਰਿਹਾ ਇਸ ਮੰਤਰੀ ਤੇ ਵੀ ਯਾਰ ਘਰੇ ਬਹਿ ਜਾਓ, ਪੇਪਰ ਦੀ ਤਿਆਰੀ ਕਰੋ, ਸਾਰੇ ਆ ਜਾਣਗੇ, ਵਧੀਆ ਤੁਹਾਨੂੰ ਜੌਬ ਮਿਲੂਗੀ, ਆਰਡਰ ਰੈਗੂਲਰ ਦੇ ਮਿਲਣਗੇ। ਅਸੀਂ ਮੰਨ ਲਿਆ, ਵਿਸ਼ਵਾਸ ਕਰ ਲਿਆ, ਪਰ ਅੱਜ ਫਿਰ ਇਸ ਬੰਦੇ ਨੇ ਸਾਡੇ ਨਾਲ ਵਿਸ਼ਵਾਸਘਾਤ ਕੀਤਾ। ਬਿਨਾਂ ਜਥੇਬੰਦੀ ਨਾਲ ਗੱਲਬਾਤ ਕੀਤੇ ਹੋਏ ਇਹਨਾਂ ਕੱਲ ਲੈਟਰ ਜਾਰੀ ਕਰਤੀ ਆ ਕਿ ਅਗਲਾ ਪੇਪਰ ਤੁਹਾਡਾ 28 ਨੂੰ ਹੋਊਗਾ, 21 ਵਾਲਾ 28 ਨੂੰ ਲੈ ਗਿਆ। ਸੋ ਸਾਡੇ ਲਈ ਜਿਹੜਾ ਟਾਈਮ ਆ ਪਲ ਪਲ ਕੀਮਤੀ ਆ ਸਾਡੇ ਲਈ, ਕਿ ਚੋਣ ਜਾਬਤਾ ਉੱਪਰ ਆਇਆ ਹੋਇਆ। ਹਰ ਵਾਰ ਅਸੀਂ ਮਰਦੇ ਹਾਂ ਤਾਂ ਚੋਣ ਜਾਬਤੇ ਵਿੱਚ ਹੀ, ਕਿਉਂਕਿ ਇਹ ਸਰਕਾਰਾਂ ਲਟਕਾ ਦਿੰਦੀਆਂ ਨੇ। ਜਦੋਂ ਚੋਣ ਜਾਬਤਾ ਆਉਂਦਾ ਉਹਦੇ ਵਿੱਚ ਕਹਿੰਦੀ ਆ ਵੀ ਸਾਡੇ ਪੱਲੇ ਕੁਝ ਨਹੀਂ, ਹੁਣ ਤਾਂ ਚੋਣ ਜਾਬਤਾ ਲੱਗ ਗਿਆ। ਔਰ ਇਹੀ ਇਹ ਚਾਹੁੰਦੇ ਆ ਕਿ ਹੁਣ ਵੀ ਅਸੀਂ ਕਹਿ ਦਈਏ ਵੀ ਚੋਣ ਜਾਬਤਾ ਲੱਗ ਗਿਆ, ਅਸੀਂ ਕੀ ਕਰੀਏ? ਫਿਰ ਇਹ ਸਾਡੀ ਵੇਟ ਕਰਨਗੇ, ਅਗਲੀ ਸਰਕਾਰ ਬਣੂਗੀ, ਇਹਨਾਂ ਦੀ ਤਾਂ ਆਉਂਦੀ ਨਹੀਂ। ਜਿਹੜੇ ਹਾਲਾਤ ਕਰੀ ਬੈਠੇ ਆ ਇਹ ਤਾਂ ਨਹੀਂ ਆਉਂਦੇ। ਮੈਂ ਪਹਿਲਾਂ ਵੀ ਇਤਿਹਾਸ ਦੁਹਰਾ ਚੁੱਕਿਆ ਕਿ ਜਿਹੜਾ ਸਿੱਖਿਆ ਮੰਤਰੀ ਬਣਿਆ ਉਹ ਤਾਂ ਨਹੀਂ ਬਣਦਾ ਦੁਬਾਰਾ, ਉਹ ਜਿੱਤਦਾ ਹੀ ਨਹੀਂ, ਕਦੇ MLA ਵੀ ਨਹੀਂ ਬਣਦਾ। ਔਰ ਬਾਕੀ ਜਿਹੜੇ ਕੈਪਟਨ ਕੁਪਟਨ ਹੋਣੀ ਦੇ ਭੱਜ ਗਏ ਆ, ਸਿੱਧੂ ਹੋਣੀ ਦੌੜ ਗਏ ਆ, ਰਹਿ ਗਿਆ ਰੇਸ ਦਾ ਘੋੜਾ ਚੰਨੀ ਔਰ 2.5 ਟੋਟਰੂ ਉਹਦੇ ਨਾਲ ਜਿਹੜੇ ਫਿਰਦੇ ਆ ਉਹੀ, ਉਹ ਸਭ ਭੱਜਣੇ ਆ। ਸਿਰਫ ਅਜੇ ਮਾਲ ਇਕੱਠਾ ਕਰੀ ਜਾਂਦੇ ਆ। ਗ੍ਰਾਂਟਾਂ ਜਿਹੜੀਆਂ ਆਈਆਂ ਹੋਈਆਂ ਹੁਣ ਵਰਤਣੀਆਂ ਐਂਡ ਤੇ ਆ ਕੇ ਧੜਾ ਧੜ ਆਪਣੇ ਘਰ ਭਰਤੇ ਹੋਏ ਆ। ਜੇ ਗੱਲ ਕਰੀਏ ਐਜੂਕੇਸ਼ਨ ਡਿਪਾਰਟਮੈਂਟ ਦੀ, ਕੀ ਨਹੀਂ ਮਿਲਦਾ ਇਹਦੇ ਵਿੱਚੋਂ ਤੇ ਕੀ ਨਹੀਂ ਖਾਂਦੇ। ਤੁਸੀਂ ਦੇਖਿਆ ਹੋਊਗਾ ਕਿ ਪਤਾ ਨਹੀਂ ਕਿੰਨੀ ਗਿਣਤੀ ਦੇ ਵਿੱਚ ਚੌਥੇ ਦਿਨ ਇੰਨੀਆਂ ਕਿਤਾਬਾਂ ਆ ਗਈਆਂ ਜੀ, ਆਹ ਲਾਇਬ੍ਰੇਰੀ ਦੀਆਂ ਦੇਤੀਆਂ ਜੀ, ਆਹ ਨਵੀਆਂ ਇਹਨਾਂ ਨੂੰ ਪਤਾ ਨਹੀਂ ਕਿਹੜੇ ਕਿਹੜੇ ਨਵੇਂ ਸਬਜੈਕਟ ਲਿਆ ਦੇਈ ਜਾਂਦੇ। ਪੜ੍ਹਾਉਣ ਵੱਲ ਧਿਆਨ ਨਹੀਂ, ਅਧਿਆਪਕ ਵੱਲ ਧਿਆਨ ਨਹੀਂ, ਸਿਰਫ ਪੁਸਤਕਾਂ ਛਪਾਈ ਵੱਲ ਧਿਆਨ ਆ। ਉਹ ਕਿਉਂ ਆ ਕਿ ਕੋਈ ਪਬਲਿਸ਼ਰ ਨਹੀਂ, ਕਿਸੇ ਪਬਲਿਸ਼ਰ ਦਾ ਨਾਮ ਨਹੀਂ ਕਿਤਾਬ ਤੇ, ਉਹ ਪਤਾ ਨਹੀਂ ਕਿੱਥੋਂ ਛਪਦੀਆਂ, ਕੌਣ ਉਹਨਾਂ ਨੂੰ ਲੈ ਕੇ ਆਉਂਦਾ। ਸਕੂਲਾਂ ਦੇ ਵਿੱਚ ਇੱਕ ਬਿੱਲ ਦੇ ਦਿੱਤਾ ਜਾਂਦਾ ਵੀ ਤੇ ਲਿਖ ਦਿਓ ਵੀ 4000 ਦੀਆਂ ਪੁਸਤਕਾਂ ਤੁਸੀਂ ਪ੍ਰਾਪਤ ਕਰ ਲਈਆਂ, ਆ 10000 ਦੀਆਂ ਕਿਤਾਬਾਂ ਤੁਸੀਂ ਪ੍ਰਾਪਤ ਕਰ ਲਈਆਂ, ਮਤਲਬ ਤੁਸੀਂ ਸਾਈਨ ਕਰਤੇ ਆ। ਪਰ ਉਹ 10000 ਦੀਆਂ ਕਿਤਾਬਾਂ ਹੁੰਦੀਆਂ ਮਸਾਂ 1500 ਦੀਆਂ ਹੀ ਆ। ਔਰ ਬਾਕੀ ਜਿਹੜਾ ਪੈਸਾ ਉਹ ਕਿੱਥੇ ਜਾਂਦਾ? ਉਹ MLA ਸਾਹਿਬ ਦੀ ਕੋਠੀ 'ਚ ਆਉਂਦਾ, ਇੱਥੋਂ ਇਹਨਾਂ ਦੇ ਘਰ ਚੱਲਦੇ ਆ, ਇੱਥੋਂ ਇਹਨਾਂ ਦੀਆਂ ਗੱਡੀਆਂ 'ਚ ਤੇਲ ਪੈਂਦੇ ਆ, ਇੱਥੋਂ ਇਹ ਚੰਡੀਗੜ੍ਹ ਦੇ ਟੂਰ ਲਾਉਂਦੇ ਆ, ਉੱਥੇ ਘੁੰਮਦੇ ਫਿਰਦੇ ਐਸ਼ ਕਰਦੇ ਆ, ਔਰ ਆਉਣ ਵਾਲੀਆਂ ਵੋਟਾਂ ਲਈ ਪੈਸਾ ਇਕੱਠਾ ਕਰਦੇ ਆ। ਆਉਣ ਵਾਲੀਆਂ ਵੋਟਾਂ ਆਉਣਗੀਆਂ,
ਉਹਦੇ 'ਚ ਪੇਟੀਆਂ ਭਰ ਸ਼ਰਾਬਾਂ ਦੀਆਂ ਵੰਡਣਗੇ, ਲੋਕਾਂ ਨੂੰ ਪਾਗਲ ਬਣਾਉਣਗੇ। ਉਹੋ ਜਿਹੇ ਲੋਕ ਆ ਜਿਹੜੇ ਇਹਦੇ ਪਿੱਛੇ ਲੱਗ ਕੇ ਇੱਕ ਸ਼ਰਾਬ ਦੀ ਬੋਤਲ ਦੇ ਉੱਤੇ ਡੁੱਲ ਜਾਂਦੇ ਆ ਔਰ ਫਿਰ ਇਹਨਾਂ ਨੂੰ ਵੋਟਾਂ ਪਾ ਦਿੰਦੇ ਆ। ਮੈਂ ਇਹ ਚੇਤਾਵਨੀ ਦੇ ਦੇਣਾ ਚਾਹੁੰਦਾ ਕਿ ਜਾਂ ਤਾਂ ਸਾਡੀ ਗੱਲ ਸੁਣ ਲਓ, ਨਹੀਂ ਤਾਂ ਇਕੱਲੇ ਘਰ ਦੇ ਵਿੱਚ ਜਾ ਇਹਨਾਂ ਦੀ ਬੇਇੱਜ਼ਤੀ ਵੀ ਕਰਾਂਗੇ ਔਰ 4 ਦਿਨ ਲਗਾਤਾਰ ਵੀ ਇੱਥੇ ਬੈਠੇ ਰਵਾਂਗੇ। ਮਸਲਾ ਸਾਡਾ ਕੋਈ ਬਹੁਤਾ ਨਹੀਂ ਹੈਗਾ, ਇਹ ਲਟਕਾਉਣ ਨੂੰ ਫਿਰਦੇ ਆ ਭਰਤੀ। ਅਸੀਂ ਭਰਤੀ ਲਟਕਣ ਨਹੀਂ ਦੇਣੀ, ਕਿਉਂਕਿ ਸਾਡਾ ਸੰਘਰਸ਼ ਜਿਹੜਾ 4 ਮਹੀਨੇ ਹੋ ਗਏ ਲਗਾਤਾਰ ਟੈਂਟ ਲੱਗਾ ਹੋਇਆ, ਜਿਹਦੇ ਵਿੱਚ ਅਸੀਂ ਭਰਤੀ ਜਿਹੜੀ ਆ ਵਿਭਾਗੀ ਕਰਵਾਈ ਆ। ਇਹ ਉਦੋਂ ਵੀ ਓਪਨ ਕਰਨ ਨੂੰ ਫਿਰਦੇ ਸੀ ਕਿ ਪ੍ਰਗਟ ਸਿੰਘ ਦਾ ਪਲੰਦਾ ਜਿਹੜਾ ਸਾਰਾ ਹੀ ਜਿਨ੍ਹਾਂ ਦੇ MLA ਆ, ਜਿੰਨੇ MC ਆ, ਜਿਨ੍ਹਾਂ ਦਾ ਡਿਪਾਰਟਮੈਂਟ ਦੇ ਹੈੱਡ ਆ, ਉਹ ਆਪਣੇ ਟੱਬਰਾਂ ਨੂੰ ਐਂਟੀਟੀ ਕਰਾ ਲਓ ਤੇ 4-5000 ਪੋਸਟ 'ਚੋਂ ਤੁਹਾਡੇ ਐਡਜਸਟ ਕਰਾ ਦਾਂਗੇ। ਔਰ ਇਹਨਾਂ ਜਿਹੜੀ ਮਨਸ਼ਾ ਸੀ ਉਹ ਅਸੀਂ ਕਾਮਯਾਬ ਨਹੀਂ ਹੋਣ ਦਿੱਤੀ। ਪੋਸਟਾਂ ਵਿਭਾਗੀ ਕਰਵਾਈਆਂ, ਆਪਣੇ ਦਮ ਤੇ ਕਰਵਾਈਆਂ, ਲੋਕਾਂ ਦੇ ਸੰਘਰਸ਼ ਨਾਲ, ਲੋਕਾਂ ਦੀ ਏਕਤਾ ਨਾਲ ਆਪਾਂ ਇਹ ਪੋਸਟਾਂ ਜਿਹੜੀਆਂ ਇੱਥੋਂ ਤੱਕ ਲੈ ਕੇ ਆਏ ਆ। ਹੁਣ ਅਸੀਂ ਰੋਲ ਨਹੀਂ ਦਿੰਦੇ। ਜੇ ਕੋਰਟ ਕੇਸ ਵੀ ਲੱਗੇ ਆ ਤਾਂ 8-8 ਲੱਖ ਦੇ ਇੱਕ ਵਕੀਲ ਕਰਕੇ ਅਸੀਂ ਫਿਰ ਉੱਥੇ ਉਹ ਪੂਰੀ ਪੈਰਵਾਈ ਕਰ ਰਹੇ ਆ। ਸਰਕਾਰ ਕੋਈ ਵੀ ਪੈਰਵਾਈ ਨਹੀਂ ਕਰ ਰਹੀ। ਐਜੂਕੇਸ਼ਨ ਡਿਪਾਰਟਮੈਂਟ ਵੀ ਪੂਰਾ ਆਪਣੇ ਹੱਕ 'ਚ ਨਹੀਂ ਹੈਗਾ। ਲੈਟਰਾਂ ਅਸੀਂ ਦੇ ਰਹੇ ਆ, ਜਵਾਬ ਦੇ ਇਹ ਆ। ਪਿਛਲਾ ਰਿਕਾਰਡ ਅਸੀਂ ਲਿਆ ਇਹਨਾਂ ਨੂੰ ਇਕੱਠਾ ਕਰਕੇ ਦੇ ਰਹੇ ਆ ਵੀ ਕੋਰਟ 'ਚ ਲੈ ਕੇ ਜਾਓ, ਤੁਸੀਂ ਆਪ ਰਿਕਾਰਡ ਲੈ ਕੇ ਜਾਓ। ਔਰ ਅਸੀਂ ਆਪਣਾ ਵਕੀਲ ਸੈਪਰੇਟ ਕੀਤਾ ਹੋਇਆ, ਕੰਮ ਡਿਪਾਰਟਮੈਂਟ ਦੇ ਆ। 8-8 ਲੱਖ 'ਚ ਵਕੀਲ ਅਸੀਂ ਕੀਤੇ ਆ, ਦੀਪਿੰਦਰ ਸਿੰਘ ਪਟਵਾਲੀਆ ਵਰਗੇ ਵਕੀਲ ਅਸੀਂ ਕੀਤੇ ਆ। ਔਰ ਇਹਨਾਂ ਨੇ ਕੀ ਕੀਤਾ ਸਾਡੇ ਲਈ, ਇਹਨਾਂ ਨੇ 66-35 ਪੋਸਟਾਂ ਜਿਹੜੀਆਂ ਤਗੜੇ ਹੋ ਕੇ ਲੋਕਾਂ ਨੇ ਕਢਵਾਈਆਂ ਸੀ, ਇਹਨਾਂ ਨੇ ਉਹ ਵੀ ਬੇੜਾ ਗਰਕ ਕਰਤਾ। 66-35 ਪੋਸਟਾਂ ਮਤਲਬ ਕਿ 2364 ਜਿਹੜੀ ਭਰਤੀ ਆਈ ਸੀ, ਜਿਨ੍ਹਾਂ 'ਚ ਸਿਲੈਕਸ਼ਨ ਹੋ ਚੁੱਕੀ ਸੀ, ਲਿਸਟਾਂ ਆ ਗਈਆਂ ਸੀ। ਵਿਚਾਰੇ ਉਹਨਾਂ ਲੋਕਾਂ ਦੇ ਦਿਲ ਤੇ ਕੀ ਬੀਤੀ ਹੋਊਗੀ ਜਿਨ੍ਹਾਂ ਸਾਰੇ ਟੈਸਟ ਕਲੀਅਰ ਕਰਕੇ ਮੈਰਿਟ 'ਚ ਆਪਣਾ ਨਾਮ ਵੇਖ ਕੇ ਲੋਕਾਂ ਕੋ ਵਧਾਈਆਂ ਵੀ ਪ੍ਰਾਪਤ ਕਰ ਲੀਆਂ। ਅੱਜ ਉਹ ਭਰਤੀ ਤੇ ਕਾਂਟਾ ਵੱਜ ਗਿਆ, ਕੀ ਬੀਤੀ ਹੋਊਗੀ ਉਹਨਾਂ ਦੇ ਦਿਲਾਂ ਤੇ। ਇਹ ਸਾਰਾ ਕਸੂਰ ਆ ਇਹਨਾਂ ਦਾ। ਉਸ ਤੋਂ ਬਾਅਦ ਭਰਤੀ ਆ ਗਈ 66-35, ਉਹ ਵੀ ਅਜੇ ਕੋਰਟ 'ਚ ਪਈ ਆ। TPSC ਦੀ ਭਰਤੀ ਹੋਈ, ਡਾਇਰੈਕਟ BO ਜਿਹੜੇ ਲੱਗਦੇ ਆ ਜਾਂ ਪ੍ਰਿੰਸੀਪਲ ਲੱਗਦੇ ਆ, ਉਹ ਵੀ ਭਰਤੀ ਕੋਰਟ 'ਚ ਪਈ ਹੋਈ ਆ। ਮਤਲਬ ਕੰਮ ਆਪਾਂ ਕੋਈ ਕਰਨਾ ਨਹੀਂ, ਭਰਤੀ ਆਪਾਂ ਕੋਈ ਕਰਨੀ ਨਹੀਂ। ਬੋਰਡ ਲਾਉਣੇ ਆ ਵੀ ਆ ਹੁਣ 65,000 ਦੇ ਕੈਪਟਨ ਲਾਤੇ, ਆ 35-37,000 ਦੇ ਇਹਨੇ ਲਾਤੇ ਆ। ਇਹ ਵੀ ਮੇਰੇ ਹਿਸਾਬ ਨਾਲ ਜਿਹੜਾ ਹਾਲ ਹੈ ਇਹਦਾ, ਇਹਨੇ ਵੀ ਹੱਥ ਖੜੇ ਕਰ ਜਾਣੇ ਡਿਪਾਰਟਮੈਂਟ ਤੋਂ ਵੀ ਮੈਂ ਨਹੀਂ ਇਹ ਚਲਾ ਸਕਦਾ, ਕਿਸੇ ਹੋਰ ਨੂੰ ਦੇ ਦਿਓ। ਜਿਹੜਾ ਅਗਲਾ ਆਊਗਾ ਉਹ 35 ਤੋਂ ਆ ਜਾਣਾ, ਉਹਨੇ 16 ਤੇ, ਉਸ ਤੋਂ ਬਾਅਦ ਆ ਜਾਣਾ ਚੋਣ ਜਾਬਤਾ। ਕਿਸੇ ਦਾ ਕੁਝ ਨਹੀਂ ਬਣਨਾ। ਇਹ ਵੀ ਦੱਸ ਦਿੰਦੇ ਆ ਵੀ ਜਲੰਧਰ 'ਚ ਜਿੰਨੇ ਕਿ ਇਹਨਾਂ ਦੇ ਬੋਰਡ ਲੱਗੇ ਆ, ਸਾਡਾ ਇਕੱਠ ਹੈ ਅੱਜ, ਇਹਨਾਂ ਦੇ ਬੋਰਡ ਭੰਨਣੇ। ਸਭ ਤੋਂ ਪਹਿਲਾਂ ਉੱਤੇ ਲਿਖਣਾ ਕੋਰਾ ਝੂਠ ਕਾਲੇ ਪੈਨ ਨਾਲ, ਕਾਲੀਆਂ ਸ਼ਾਹੀਆਂ ਨਾਲ ਕਿ ਅਸੀਂ ਅਧਿਆਪਕ ਆ, ਸਾਨੂੰ ਪੱਕਿਆਂ ਕੀਤਾ, ਸਾਨੂੰ ਪਤਾ ਹੀ ਨਹੀਂ ਵੀ ਅਸੀਂ ਪੱਕੇ ਹੋ ਗਏ ਆ। ਇਹ ਕਿਹੜੀ ਇਹਨਾਂ ਦੀ ਲਿਸਟ ਜਾਰੀ ਹੋਈ ਆ, ਕਿਹੜੇ ਆਨਲਾਈਨ ਇਹਨਾਂ ਨੇ ਪੱਕੇ ਕਰਤੇ ਆ, ਕਿਹੜੇ ਮੁਲਾਜ਼ਮ ਪੱਕੇ ਕੀਤੇ, ਸਾਨੂੰ ਤਾਂ ਪਤਾ ਨਹੀਂ। ਜਦੋਂ ਸਾਨੂੰ ਨਹੀਂ ਪਤਾ ਤਾਂ ਕਿਹੜੇ ਹੱਕ ਨਾਲ ਤੁਸੀਂ ਬੋਰਡ ਲਗਾ ਰਹੇ ਹੋ? ਬੋਰਡ ਦੇ ਵਿੱਚ ਇੱਕ ਲਿਸਟ ਪਾਓ ਵੀ ਆਹ ਕੈਟਾਗਰੀ ਦੇ ਇਸ ਡਿਪਾਰਟਮੈਂਟ ਦੇ ਇੰਨੇ ਬੰਦੇ ਅਸੀਂ ਇੰਨੇ ਸਾਲਾਂ ਤੋਂ ਕੰਮ ਕਰਦੇ ਸੀ, ਉਹਨਾਂ ਨੂੰ ਰੈਗੂਲਰ ਕੀਤਾ, ਆਹ ਉਹਨਾਂ ਨੂੰ ਗ੍ਰੇਡ ਦੇਣ ਜਾ ਰਹੇ ਆ, ਆਹ ਉਹਨਾਂ ਦੇ ਆਰਡਰ ਆ। ਕੁਛ ਵੀ ਕਲੀਅਰ ਨਹੀਂ ਹੈਗਾ। ਹਵਾਈ ਫੇਰ ਛੱਡ ਰਹੇ ਆ। ਇਹ ਪਹਿਲਾਂ ਚੱਲ ਗਏ ਸੀ, ਇਹ ਆਪਣੇ ਚੰਨੀ ਸਾਹਿਬ, ਇਹ ਹੁਣ ਨਹੀਂ ਚੱਲਣੇ। MLA ਸਾਹਿਬ ਤੁਹਾਡੇ ਏਰੀਏ 'ਚ ਆਏ ਤਾਂ ਤੁਸੀਂ MLA ਹੀ ਅੱਜ, ਮਿਨਿਸਟਰ ਬਾਅਦ 'ਚ ਆ, ਪਹਿਲਾਂ ਤੁਸੀਂ ਇੱਥੇ MLA ਆ। ਕਿ ਤੁਹਾਡੇ ਵੀ ਹੁਣ ਝੂਠ ਦੇ ਪਲੰਦੇ ਜਿਹੜੇ ਬਹੁਤੇ ਨਹੀਂ ਅਸੀਂ ਚੱਲਣ